ਹੈਲੋ ਸਾਰਿਆਂ ਦਾ ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ NPL ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਸਵਾਗਤ ਹੈ। ਮੈਂ ਮਕੈਨੀਕਲ ਇੰਜੀਨੀਅਰਿੰਗ IIT ਖੜਗਪੁਰ ਤੋਂ ਰਾਜਾਰਾਮ ਹਾਂ। ਅਸੀਂ ਮੋਡਿਊਲ 1 ਨੂੰ ਕਵਰ ਕਰ ਰਹੇ ਹਾਂ, ਜਿਸ ਵਿੱਚ ਅਸੀਂ ਇੰਜੀਨੀਅਰਿੰਗ ਡਰਾਇੰਗ ਦੀ ਇੰਟਰੋਡਕਸ਼ਨ ਦੇ ਲੈਕਚਰ ਨੰਬਰ 5 ਤੇ ਹਾਂ। ਸਾਡੇ ਕੋਰਸ ਦੀਆਂ ਪਾਠ ਪੁਸਤਕਾਂ ਇੰਜੀਨੀਅਰਿੰਗ ਡਰਾਇੰਗ ਹਨ ਜੋ ND ਭੱਟ ਅਤੇ ਹੋਰਾਂ ਦੁਆਰਾ ਲੈਕਚਰ 1 ਤੋਂ 4 ਵਿੱਚ ਹਨ। ਅਸੀਂ ਇੰਜੀਨੀਅਰਿੰਗ ਡਰਾਇੰਗ ਇੰਟਰੋਡਕਸ਼ਨ, ਡਰਾਇੰਗ ਉਪਕਰਣਾਂ ਬਾਰੇ ਸਿੱਖਿਆ ਹੈ। ਡਰਾਇੰਗ ਸ਼ੀਟ ਦੇ ਸਟੈਂਡਰਡ ਲੇਆਉਟ ਦੀ ਵਰਤੋਂ ਕੀਤੀ ਜਾਣ ਵਾਲੀ ਆਮ ਅੱਖਰ ਸ਼ੈਲੀ, ਆਯਾਮ ਤੇ ਕੁਝ ਮੁੱਦੇ। ਅੱਜ ਦੇ ਲੈਕਚਰ ਵਿੱਚ ਅਸੀਂ ਆਯਾਮਾਂ ਬਾਰੇ ਕੁਝ ਹੋਰ ਗੱਲਾਂ ਸਿੱਖਾਂਗੇ, ਖਾਸ ਤੌਰ ਤੇ ਖਾਸ ਵਿਸ਼ਿਆਂ ਤੇ, ਜਿਵੇਂ ਕਿ ਜੇਕਰ ਇਹ ਚਾਪ, ਚੱਕਰ, ਵਕਰ ਹਨ ਤਾਂ ਸਮਾਂਤਰ ਕਿਸਮ ਦੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕਿਵੇਂ ਦਿੱਤੀਆਂ ਜਾਂਦੀਆਂ ਹਨ। ਤੁਹਾਨੂੰ ਆਖਰੀ ਕਲਾਸਾਂ ਤੋਂ ਸੰਖੇਪ ਵਿੱਚ ਦੱਸਣ ਲਈ ਆਕਾਰ ਅਤੇ ਸਥਿਤੀ ਨੂੰ ਦਰਸਾਉਣ ਲਈ ਮਾਪ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਇਹ ਆਯਾਮ ਦਾ ਸੰਖਿਆਤਮ ਮੁੱਲ ਹੈ, ਜੋ ਉਚਿਤ ਇਕਾਈਆਂ ਵਿੱਚ ਦਰਸਾਇਆ ਗਿਆ ਹੈ। ਸਾਡੇ SI ਮੈਟ੍ਰਿਕ ਯੂਨਿਟਸ ਵਿੱਚ ਅਸੀਂ ਆਯਾਮ ਲਈ ਸੰਖਿਆਤਮਕ ਮੁੱਲ ਵਜੋਂ mm ਦੀ ਵਰਤੋਂ ਕਰਦੇ ਹਾਂ, ਅਤੇ ਇਹ ਉਤਪਾਦਨ ਸਹੂਲਤ ਵਿੱਚ ਮਸ਼ੀਨਿਸਟਾਂ ਲਈ ਮੁੱਖ ਸੰਚਾਰ ਹੈ। ਅਸੀਂ ਰੇਖਿਕ ਆਯਾਮਾਂ ਦੇ ਬਾਰੇ ਕੁਝ ਸਿੱਖਿਆ ਹੈ ਕਿ ਜੇਕਰ ਇਹ ਰੇਡੀਅਸ ਹੈ ਤਾਂ ਕੋਣੀ ਮਾਪ ਕਿਵੇਂ ਦੇ ਸਕਦੇ ਹਨ ਅਤੇ ਸੰਦਰਭ ਮਾਪ ਕੀ ਹਨ। ਪਹਿਲਾ, ਇਸ ਸ਼ਕਲ ਦੀ ਵਸਤੂ ਲਈ ਇੱਥੇ ਸੰਖਿਆ ਦੇ ਮਾਪ ਦੇ ਰੂਪ ਵਿੱਚ ਤੁਹਾਨੂੰ ਦੁਬਾਰਾ ਸੰਖੇਪ ਵਿੱਚ ਪੇਸ਼ ਕਰਦਾ ਹੈ। ਇਹ ਉਹ ਹੈ ਜੋ ਅਸੀਂ 1.75 ਨੂੰ ਮੂਲ ਆਯਾਮ ਵਜੋਂ ਦਿਖਾਇਆ ਹੈ, ਅਤੇ ਲਾਈਨ ਨੂੰ ਦਰਸਾਉਣ ਲਈ ਇਹ ਆਯਾਮ ਰੇਖਾ ਹੈ। ਜੇਕਰ ਇਹ ਘੱਟੋ ਘੱਟ 10 ਮਿਲੀਮੀਟਰ ਹੈ ਤਾਂ ਹੀ ਅਸੀਂ ਇਸ ਨੂੰ ਉਸ ਪਾਸੇ ਦਿਖਾਵਾਂਗੇ। ਜੇਕਰ ਇਹ ਉਸ ਤੋਂ ਘੱਟ ਹੈ ਤਾਂ ਅਸੀਂ ਇਸ ਤਰ੍ਹਾਂ ਦੂਰ ਤੋਂ ਇੱਕ ਹੋਰ ਆਯਾਮ ਦੀ ਵਰਤੋਂ ਕਰਦੇ ਹਾਂ। ਜੇਕਰ ਕਿਸੇ ਵੀ ਆਯਾਮ ਨੂੰ ਦਰਸਾਉਣ ਲਈ ਸਾਨੂੰ ਵਿਸਤਾਰ ਰੇਖਾਵਾਂ ਦੀ ਲੋੜ ਹੁੰਦੀ ਹੈ, ਅਤੇ ਜੇਕਰ ਕੋਈ ਵਕਰ ਹਨ, ਤਾਂ ਅਸੀਂ ਇਸ ਨੂੰ ਇੱਕ ਰੇਡੀਅਸ ਲਾਈਨ ਦੁਆਰਾ ਦਰਸਾਉਂਦੇ ਹਾਂ, ਅਤੇ ਉਹ ਇਸ ਰੇਡੀਅਸ ਲਈ ਵਿਸਤਾਰ ਰੇਖਾ ਨੂੰ ਵਿਆਸ ਜਾਂ ਰੇਡੀਅਸ ਵਰਗੀ ਕਿਸੇ ਚੀਜ਼ ਨੂੰ ਦਰਸਾਉਂਦੇ ਹਨ, ਜਿਸ ਰੇਖਾ ਨੂੰ ਅਸੀਂ ਲੀਡਰ ਲਾਈਨਾਂ ਕਹਿੰਦੇ ਹਾਂ। ਕਿਸੇ ਵੀ ਵਿਆਸ ਲਈ ਅਸੀਂ ਵਿਸ਼ੇਸ਼ ਚਿੰਨ੍ਹ ਫਾਈ ਦੀ ਵਰਤੋਂ ਕਰਦੇ ਹਾਂ। ਕੇਂਦਰ ਵਰਗੀ ਕਿਸੇ ਚੀਜ਼ ਨੂੰ ਦਰਸਾਉਣ ਲਈ ਅਸੀਂ ਡੈਸ਼, ਛੋਟੀ ਡੈਸ਼ ਅਤੇ ਲੰਬੇ ਡੈਸ਼ ਲਾਈਨਾਂ ਦੁਆਰਾ ਕੇਂਦਰ ਲਾਈਨ ਦੀ ਵਰਤੋਂ ਕਰਦੇ ਹਾਂ। ਜੇਕਰ ਉਹ ਸਕੇਲ ਤੱਕ ਨਹੀਂ ਹਨ ਤਾਂ ਆਮ ਤੌਰ ਤੇ ਅਸੀਂ ਉਹਨਾਂ ਆਯਾਮਾਂ ਨੂੰ ਦਰਸਾਉਂਦੇ ਹਾਂ। ਕਿਸੇ ਵੀ ਸੰਦਰਭ ਦੇ ਸੰਬੰਧ ਵਿੱਚ ਅਸੀਂ ਬ੍ਰੈਕਟ ਦੇ ਅੰਦਰ ਇੱਕ ਹਵਾਲਾ ਮਾਪ ਦੀ ਵਰਤੋਂ ਕਰਦੇ ਹਾਂ। ਆਮ ਤੌਰ ਤੇ ਸਾਡੀਆਂ ਡਰਾਇੰਗ ਸ਼ੀਟਾਂ ਤੇ ਅਸੀਂ ਇੱਕ ਸ਼ਬਦ ਵਾਕ ਦਾ ਜ਼ਿਕਰ ਕਰਦੇ ਹਾਂ ਜਦੋਂ ਤੱਕ ਕਿ ਸਾਰੇ ਆਯਾਮ ਮਿਲੀਮੀਟਰ ਵਿੱਚ ਨਹੀਂ ਹੁੰਦੇ। ਹਰ ਵਾਰ ਮਿਲੀਮੀਟਰ ਲਿਖਣ ਦੀ ਬਜਾਏ ਅਸੀਂ ਸਾਰੇ ਮਾਪਾਂ ਨੂੰ ਮਿਲੀਮੀਟਰ ਵਿੱਚ ਇੱਕ ਮਿਆਰੀ ਪਾਠ ਵਜੋਂ ਵਰਤਦੇ ਹਾਂ। ਅਸੀਂ ਇੱਕ ਮਿਆਰੀ ਉਦਾਹਰਣ ਦੇ ਨਾਲ ਗਏ ਜਿੱਥੇ ਅਸੀਂ ਆਯਾਮ ਨੂੰ ਦਰਸਾਉਣ ਲਈ ਇੱਕ ਵਸਤੂ ਨੂੰ ਦਿਖਾਇਆ ਹੈ। ਅਸੀਂ ਵਿਸਤਾਰ ਰੇਖਾਵਾਂ
ਦੇ ਅੰਦਰ ਸਭ ਤੋਂ ਛੋਟੇ ਡਾਇਮੈਂਸ਼ਨ ਅਤੇ ਬਾਹਰ ਸਭ ਤੋਂ ਵੱਡੇ ਡਾਇਮੈਂਸ਼ਨ ਦੀ ਵਰਤੋਂ ਕਰਦੇ ਹਾਂ। ਇਹ ਸਭ ਤੋਂ ਛੋਟਾ ਹੈ, ਜੋ ਉਸ ਜਿਓਮੈਟਰੀ ਦੇ ਨੇੜੇ ਅੰਦਰ ਹੋਣ ਦਾ ਇੱਕ ਕਾਰਨ ਹੈ, ਅਤੇ ਉਸ ਜਿਓਮੈਟਰੀ ਦੇ ਬਾਹਰ ਵੱਡਾ ਹੈ। ਵਸਤੂ ਦੇ ਅੰਦਰ ਕੋਈ ਮਾਪ ਨਾ ਦਿਖਾਉਣ ਲਈ ਇੱਕ ਸਟੈਂਡਰਡ ਅਭਿਆਸ ਹੈ। ਇਸੇ ਤਰ੍ਹਾਂ ਜੇਕਰ ਇਹ ਬੇਲਨਾਕਾਰ ਵਸਤੂਆਂ ਹਨ ਤਾਂ ਅਸੀਂ ਅੱਗੇ ਵਧੇ ਅਤੇ ਚਿੰਨ੍ਹ ਫਾਈ ਰਾਹੀਂ ਵਸਤੂ ਦੇ ਬਾਹਰਲੇ ਵੱਡੇ ਵਿਆਸ ਦਿਖਾਉਂਦੇ ਹਾਂ। ਇੱਥੇ ਇਹ ਇੱਕ ਸਿਲੰਡਰ ਇਹ ਕਦਮ ਹੈ ਅਤੇ ਸਾਡੇ ਕੋਲ ਇਹ ਕਦਮ ਇੱਕ ਹੈ। ਇਸ ਲਈ ਅੰਦਰ ਸਭ ਤੋਂ ਛੋਟੇ ਆਯਾਮ ਅਤੇ ਬਾਹਰ ਸਭ ਤੋਂ ਵੱਡੇ ਆਯਾਮ ਹਨ। ਅਸੀਂ ਆਮ ਤੌਰ ਤੇ ਵਸਤੂ ਦੇ ਅੰਦਰ ਕੁਝ ਵੀ ਨਹੀਂ ਦਿਖਾਉਂਦੇ, ਜਿੱਥੇ ਆਯਾਮ ਦਿਖਾਉਣ ਦਾ ਇੱਕ ਗਲਤ ਤਰੀਕਾ ਹੁੰਦਾ ਹੈ। ਕੋਣਾਂ ਦੇ ਕੋਆਰਡੀਨੇਟਸ ਦੀ ਵਰਤੋਂ ਕਰਦੇ ਹੋਏ ਵੀ ਅਸੀਂ ਆਯਾਮ ਨੂੰ ਕੁਝ ਅਜਿਹਾ ਦਿਖਾਇਆ ਹੈ ਜਿਵੇਂ ਕਿ ਜੇਕਰ ਕੋਆਰਡੀਨੇਟ ਸਿਸਟਮ ਦੇ ਸੰਬੰਧ ਵਿੱਚ ਕੋਈ ਇਨਕਲਾਈਨਡ ਵਸਤੂ ਹੈ, ਤਾਂ ਇਹ 2.5 ਅਤੇ ਇਹ ਸੀਮਾਂਤ ਬਿੰਦੂ 4 ਯੂਨਿਟਾਂ ਤੇ ਸਾਡੀ ਵਿਸਤਾਰ ਰੇਖਾਵਾਂ ਰਾਹੀਂ ਦੁਬਾਰਾ, ਅਤੇ ਇਸੇ ਤਰ੍ਹਾਂ ਇਸ ਬਿੰਦੂ ਦੀ ਵਰਤੋਂ ਕਰਦੇ ਹੋਏ ਵਿਸਤਾਰ ਰੇਖਾਵਾਂ ਇਸ ਬਿੰਦੂ ਨੂੰ ਅਸਲ ਵਿੱਚ ਇੱਕ ਇਕਾਈ ਵਰਗਾ ਕੁਝ ਦਿਖਾ ਸਕਦਾ ਹੈ। ਇਸ ਲਈ, ਜਦੋਂ ਅਸੀਂ ਲੰਬਾਈ ਦੇ ਰੂਪ ਵਿੱਚ ਇਹਨਾਂ ਪੁਆਇੰਟ ਨੂੰ ਜਾਣ ਲੈਂਦੇ ਹਾਂ ਤਾਂ ਅਸੀਂ ਜਾਣਦੇ ਹਾਂ ਕਿ ਇਸ ਲਾਈਨ ਨੂੰ ਕਿੱਥੇ ਜੋੜਨਾ ਹੈ। ਇਸ ਤਰੀਕੇ ਨਾਲ ਅਸਲ ਵਿੱਚ ਇਹਨਾਂ ਝੁਕੀਆਂ ਹੋਈਆਂ ਰੇਖਾਵਾਂ ਦਾ ਨਿਰਮਾਣ ਕਰ ਸਕਦੇ ਹਾਂ। ਜੇਕਰ ਇਹ ਕੋਣੀ ਜਾਣਕਾਰੀ ਹੈ ਤਾਂ ਅਸੀਂ ਇਸ ਨੂੰ ਆਮ ਤੌਰ ਤੇ ਕੋਣਾਂ ਦੇ ਰੂਪ ਵਿੱਚ ਦਰਸਾਉਂਦੇ ਹਾਂ। ਕੋਈ ਵੀ ਚੈਂਫਰਸ ਜਿਸ ਦੀ ਅਸੀਂ ਨੁਮਾਇੰਦਗੀ ਕਰਦੇ ਹਾਂ, ਇਹਨਾਂ ਨਿਰੰਤਰ ਲਾਈਨਾਂ ਦੀ ਵਰਤੋਂ ਕਰਦੇ ਹੋਏ ਚੈਂਫਰਿੰਗ ਲੈਂਸ ਸਮੇਤ ਨੋਟ ਕਰੋ ਕਿ ਮਾਪ ਬਾਹਰ ਹੈ ਕਿਉਂਕਿ ਅੰਤਰ ਬਹੁਤ ਛੋਟਾ ਹੈ। ਇਸ ਨੂੰ ਇਸ ਤਰੀਕੇ ਨਾਲ ਦਿਖਾਉਣਾ ਚੰਗਾ ਵਿਚਾਰ ਨਹੀਂ ਹੈ। ਇਹ ਗਲਤ ਹੈ। ਇਹ ਸਾਨੂੰ ਇਹਨਾਂ ਛੋਟੇ ਆਯਾਮ ਨੂੰ ਬਾਹਰੋਂ ਦਿਖਾਉਣ ਲਈ ਸਹੂਲਤ ਦਿੰਦਾ ਹੈ ਅਤੇ ਇਹ ਵੀ ਸਾਡੇ ਨਾਲ ਚੈਂਫਰਿੰਗ ਇਸ ਤਰ੍ਹਾਂ ਮਸ਼ੀਨਿੰਗ ਹੋ ਰਹੀ ਹੈ, ਜੋ ਕਿ 45 ਡਿਗਰੀ ਦਾ ਐਂਗਲ ਹੋਵੇਗਾ। ਜੇਕਰ ਇਹ ਸਿੰਗਲ ਪੋਜੀਸ਼ਨਾਂ ਤੇ ਚਾਪ ਹਨ, ਤਾਂ ਅਸੀਂ ਆਮ ਤੌਰ ਤੇ ਇਹ ਚਾਪ ਹੁੰਦੇ ਹਨ ਅਤੇ ਆਯਾਮ ਲਾਈਨ ਲੀਡਰ ਲਾਈਨ ਦੀ ਵਰਤੋਂ ਕਰਦੇ ਹੋਏ ਅਸੀਂ ਉਸ ਦੇ ਰੇਡੀਅਸ 6 ਯੂਨਿਟਾਂ ਲਈ ਯੂਨਿਟ ਸਾਰ ਨੂੰ ਦਰਸਾਉਣ ਲਈ ਇੱਕ ਪੋਰਸ਼ਨ ਵਿੱਚ ਹੋਵਾਂਗੇ। ਇਸੇ ਤਰ੍ਹਾਂ ਇਸ ਚਾਪ ਵਰਗੀ ਕੋਈ ਚੀਜ਼ ਉੱਥੇ ਹੈ, ਅਤੇ ਇੱਥੋਂ ਅਸੀਂ ਉਸ ਚਾਪ ਨੂੰ ਮਾਪਣ ਜਾ ਰਹੇ ਹਾਂ। ਪਰ ਲੀਡਰ ਲਾਈਨਾਂ ਦੀ ਵਰਤੋਂ ਕਰਦੇ ਹੋਏ ਅਸੀਂ ਛੋਟੀਆਂ ਇਕਾਈਆਂ ਨੂੰ ਦਰਸਾਉਣ ਲਈ ਇੱਕ ਹਿੱਸਾ ਹੋਵਾਂਗੇ। ਅਸੀਂ ਆਮ ਤੌਰ ਤੇ ਇਸ ਨੂੰ ਇੱਥੇ ਵਸਤੂ ਦੇ ਅੰਦਰ ਦਿਖਾਉਂਦੇ ਹਾਂ। ਇਸੇ ਤਰ੍ਹਾਂ, ਜੇਕਰ ਕੋਈ ਗੁੰਝਲਦਾਰ ਆਕਾਰ ਹਨ, ਅਸੀਂ ਦਿਲਚਸਪੀ ਦੇ ਖੇਤਰ ਨੂੰ ਘੇਰ ਲੈਂਦੇ ਹਾਂ ਅਤੇ ਫਿਰ ਇਸ ਨੂੰ ਸਪਸ਼ਟ ਕੱਟ ਮਾਪਾਂ ਦੇ ਨਾਲ ਵੱਡੇ ਦ੍ਰਿਸ਼ਾਂ ਦੇ ਰੂਪ ਵਿੱਚ ਦਿਖਾਉਂਦੇ ਹਾਂ। ਫਿਰ ਅਸੀਂ ਇਸ ਡਰਾਇੰਗ ਲਾਈਨਾਂ ਲਈ ਵੱਖ-ਵੱਖ ਨਿਯਮਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਵਿੱਚੋਂ ਕੁਝ ਆਕਾਰ ਸਥਿਤੀ ਦੇ ਬਾਰੇ ਹਨ ਕਿ ਉਹਨਾਂ ਨੂੰ ਕਿਵੇਂ ਦਰਸਾਉਣਾ ਹੈ, ਅਤੇ ਉਦਾਹਰਨ ਲਈ ਜੇਕਰ ਕੋਈ ਵਿਆਸ ਹਨ ਤਾਂ ਉਹਨੂੰ ਕਿਵੇਂ ਪ੍ਰਸਤੁਤ ਕਰਨਾ ਹੈ। ਇੱਥੇ ਆਕਾਰ ਐਸ ਚਿੰਨ੍ਹ ਅਤੇ ਸਥਿਤੀ ਸਥਾਨ ਨੂੰ ਦਰਸਾਉਂਦਾ ਹੈ। ਅਸੀਂ ਇਸ ਨੂੰ ਐਲ ਦੁਆਰਾ ਦਰਸਾਉਂਦੇ ਹਾਂ। ਇਹ ਆਕਾਰ
ਹੈ ਅਤੇ ਇਹ ਸਥਾਨ ਹੈ। ਛੇਕ ਉਸ ਖਾਸ ਸਥਾਨ ਤੇ ਹੈ। ਹੁਣ ਅਸੀਂ ਡਾਇਮੈਂਸ਼ਨਿੰਗ ਤੇ ਵਿਸ਼ੇਸ਼ ਮੁੱਦਿਆਂ ਤੇ ਆਵਾਂਗੇ। ਇਹਨਾਂ ਲਾਈਨਾਂ ਦੀ ਡਾਇਮੈਂਸ਼ਨਿੰਗ ਕਰਨ ਦੇ ਵੱਖ-ਵੱਖ ਤਰੀਕੇ ਹਨ। ਇਹਨਾਂ ਵਿੱਚੋਂ ਇੱਕ ਨੂੰ ਚੇਨ ਡਾਇਮੈਂਸ਼ਨਿੰਗ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਹਰੇਕ ਸਿੰਗਲ ਆਯਾਮ ਨੂੰ ਬਿਨਾਂ ਕਿਸੇ ਅੰਤਰ ਦੇ ਅਗਲੇ ਆਯਾਮ ਦੇ ਨਾਲ ਸਿੱਧਾ ਰੱਖਿਆ ਜਾਂਦਾ ਹੈ। ਉਦਾਹਰਨ ਲਈ ਆਓ ਇਸ ਵਸਤੂ ਨੂੰ ਲੈਂਦੇ ਹਾਂ। ਇੱਥੇ ਇੱਕ ਕਦਮ ਬਲਾਕ ਹੈ। ਇਸ ਵਿੱਚ ਕੁਝ ਛੇਕ ਵੀ ਹਨ। ਜਦੋਂ ਵੀ ਛੇਕ ਚੱਕਰ ਹੁੰਦੇ ਹਨ ਅਤੇ ਇਸ ਤਰ੍ਹਾਂ ਅਸੀਂ ਆਮ ਤੌਰ ਤੇ ਇਹਨਾਂ ਡੈਸ਼ ਡਾਟ ਲਾਈਨਾਂ ਦੁਆਰਾ ਦਰਸਾਉਂਦੇ ਹਾਂ। ਹੁਣ ਅਸੀਂ ਚੇਨ ਡਾਇਮੈਂਸ਼ਨਿੰਗ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਜੇ ਤੁਸੀਂ ਇੱਥੇ ਵਿਸਤਾਰ ਰੇਖਾ ਨੋਟਿਸ ਕਰਦੇ ਹੋ, ਇੱਥੇ ਇੱਕ ਹੋਰ ਵਿਸਤਾਰ ਰੇਖਾ ਹੈ। ਇਸ ਦੇ ਵਿਚਕਾਰ ਇੱਕ ਹੋਰ ਵਿਸਤਾਰ ਲਾਈਨ ਹੈ ਜਿਸ ਦੇ ਵਿੱਚ ਅਸੀਂ ਡਾਇਮੈਂਸ਼ਨ ਵੀ ਦੁਬਾਰਾ ਦਿਖਾਉਣ ਜਾ ਰਹੇ ਹਾਂ। ਇਹ 25 ਹੈ ਅਤੇ ਦੁਬਾਰਾ ਇਹ 28 ਹੈ। ਇਹਨਾਂ ਵਿਸਤਾਰ ਰੇਖਾ ਦੇ ਵਿਚਕਾਰ ਇੱਕ ਦੂਜੇ ਦੇ ਅੱਗੇ ਕੋਈ ਗੈਪ ਨਹੀਂ ਹੈ। ਅਸੀਂ ਇਹਨਾਂ ਆਯਾਮ ਲਾਈਨਾਂ ਦੇ ਤੀਰਾਂ ਰਾਹੀਂ ਮਾਪ ਦਿਖਾ ਰਹੇ ਹਾਂ। ਇਸੇ ਤਰ੍ਹਾਂ ਲੰਬਕਾਰੀ ਦਿਸ਼ਾ ਲਈ ਇੱਕ ਹੋਰ ਰੰਗ ਦੀ ਵਰਤੋਂ ਕਰੀਏ। ਇਹ ਵਿਸਤਾਰ ਰੇਖਾਵਾਂ ਹਨ ਅਤੇ ਇਸ ਵਿੱਚ ਅਸੀਂ ਇੱਥੇ ਡਾਇਮੈਂਸ਼ਨ ਲਾਈਨ ਦੁਬਾਰਾ ਡਾਇਮੈਂਸ਼ਨ ਲਾਈਨ ਦੀ ਵਰਤੋਂ ਕਰਦੇ ਹਾਂ ਅਤੇ ਇੱਥੇ ਵੀ ਡਾਇਮੈਂਸ਼ਨ ਲਾਈਨ ਦੀ ਵਰਤੋਂ ਕਰਦੇ ਹਾਂ। ਇਸ ਲਈ ਜੇਕਰ ਅਸੀਂ ਇੱਕੋ ਪੱਧਰ ਤੇ ਹਾਂ, ਉਸੇ ਪੱਧਰ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਰਹੇ ਹਾਂ ਜਿਸ ਨੂੰ ਅਸੀਂ ਚੇਨ ਡਾਇਮੈਂਸ਼ਨਿੰਗ ਕਹਿੰਦੇ ਹਾਂ ਤਾਂ ਉਹਨਾਂ ਵਿਚਕਾਰ ਇਸ ਤਰ੍ਹਾਂ ਦਾ ਕੋਈ ਅੰਤਰ ਨਹੀਂ ਹੈ। ਇਸ ਵਿਧੀ ਨੂੰ ਅਸੀਂ ਸਿਰਫ ਤਾਂ ਹੀ ਵਰਤ ਸਕਦੇ ਹਾਂ ਜੇਕਰ ਸਹਿਣਸ਼ੀਲਤਾ ਇਕੱਠ ਕਰਨਾ ਹਿੱਸੇ ਦੇ ਫੰਕਸ਼ਨ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਹੈ। ਇਹ ਸਹਿਣਸ਼ੀਲਤਾ ਮੁੱਦੇ ਅਗਲੀ ਕਲਾਸ ਵਿੱਚ ਅਸੀਂ ਇਸ ਬਾਰੇ ਸਿੱਖਾਂਗੇ। 5 ਮਿਲੀਮੀਟਰ ਦੀ ਬਜਾਏ ਜੇਕਰ ਸਾਡੇ ਕੋਲ ਪਲਸ ਜਾਂ ਮਾਈਨਸ 0.1 ਮਿਲੀਮੀਟਰ ਕਿਸਮ ਦੀ ਇਕਾਈਆਂ ਹਨ ਤਾਂ ਇਹ ਵਾਧੂ ਚੀਜ਼ ਜਿਸ ਨੂੰ ਅਸੀਂ ਟੋਲੇਰੈਂਸ ਕਹਿੰਦੇ ਹਾਂ। ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਮਸ਼ੀਨਿੰਗ ਕਰ ਰਹੇ ਹੋ ਜਾਂ ਸ਼ਾਇਦ ਕੋਈ ਪਾਰਟ ਬਣਾ ਰਹੇ ਹੋ ਤਾਂ ਇਸ ਕਿਸਮ ਦੇ ਪਾਰਟ 25 ਮਿਲੀਮੀਟਰ ਤੇ ਸਹੀ ਢੰਗ ਨਾਲ ਸਿਰਜਣਾ ਆਸਾਨ ਨਹੀਂ ਹੈ। ਇੱਥੇ ਹਮੇਸ਼ਾ ਪਲਸ ਜਾਂ ਮਾਈਨਸ ਕਿਸਮ ਦੇ ਸੁਧਾਰ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਟੋਲੇਰੈਂਸ ਕਿਹਾ ਜਾਂਦਾ ਹੈ। ਹੋਰ ਵੇਰਵੇ ਅਸੀਂ ਅਗਲੀ ਕਲਾਸ ਵਿੱਚ ਸਿੱਖਾਂਗੇ। ਜਦੋਂ ਸਾਡੇ ਕੋਲ ਇਸ ਤਰ੍ਹਾਂ ਦੀ ਟੋਲੇਰੈਂਸ ਨਹੀਂ ਹੋਵੇਗੀ ਤਾਂ ਅਸੀਂ ਸਿਰਫ ਚੇਨ ਡਾਇਮੈਂਸ਼ਨਿੰਗ ਦਿਖਾਉਣ ਦਾ ਹਿੱਸਾ ਹੋਵਾਂਗੇ। ਨਹੀਂ ਤਾਂ ਕੀ ਹੋਵੇਗਾ? ਇਹ 25 ਪਲਸ ਜਾਂ ਮਾਈਨਸ ਹੋਣਾ ਚਾਹੀਦਾ ਹੈ, ਜਿਸ ਦਾ ਮਤਲਬ ਹੈ ਕਿ ਹਮੇਸ਼ਾ ਕਿਸੇ ਕਿਸਮ ਦਾ ਅੰਤਰ ਹੁੰਦਾ ਹੈ। ਜਦੋਂ ਭਾਗਾਂ ਦੇ ਵਿਚਕਾਰ ਇਸ ਤਰ੍ਹਾਂ ਦੀਆਂ ਪਰਤਾਂ ਮੌਜੂਦ ਹੁੰਦੀਆਂ ਹਨ ਤਾਂ ਇੱਕ ਲਗਾਤਾਰ ਚੇਨ ਡਾਇਮੈਂਸ਼ਨਿੰਗ ਸੰਭਵ ਨਹੀਂ ਹੁੰਦਾ। ਇਹ ਬੇਲੋੜਾ ਮਸ਼ੀਨਿਸਟ ਨੂੰ ਉਲਝਾਉਂਦਾ ਹੈ। ਅਸੀਂ ਚੇਨ ਡਾਇਮੈਂਸ਼ਨਿੰਗ ਦੀ ਵਰਤੋਂ ਸਿਰਫ ਉਦੋਂ ਕਰਦੇ ਹਾਂ ਜਦੋਂ ਅਜਿਹੀ ਟੋਲੇਰੈਂਸ ਨੂੰ ਇਕੱਠਾ ਕਰਨਾ ਸੰਭਵ ਨਹੀਂ ਹੁੰਦਾ। ਜੇਕਰ ਇਹ ਉੱਥੇ ਨਹੀਂ ਹੈ ਤਾਂ ਕੇਵਲ ਸਾਨੂੰ ਚੇਨ ਡਾਇਮੈਂਸ਼ਨ ਨਾਲ ਜਾਣਾ ਚਾਹੀਦਾ ਹੈ। ਇਸ ਕਿਸਮ ਦੀ ਨਿਰੰਤਰ ਚੀਜ਼ ਹੈ। ਆਓ ਇੱਕ ਸਿਲੰਡਰਾਕਾਰ ਵਸਤੂ ਲੈਂਦੇ ਹਾਂ। ਇਹ ਇੱਥੇ ਚੇਨ ਡਾਇਮੈਂਸ਼ਨ ਨੂੰ ਦਰਸਾਉਂਦੀ ਹੈ। ਇਸ ਦੀ ਬਜਾਏ ਅਸੀਂ ਸਮਾਂਤਰ ਡਾਇਮੈਂਸ਼ਨਿੰਗ ਨਾਲ ਜਾਂਦੇ ਹਾਂ।
ਇਸ ਲਈ ਕਿ ਇੱਥੇ ਹਮੇਸ਼ਾ ਇੱਕ ਹਵਾਲਾ ਆਧਾਰ ਹੁੰਦਾ ਹੈ। ਆਓ ਅਸੀਂ ਹਾਈਲਾਈਟਰ ਦੁਆਰਾ ਵੇਖੀਏ। ਇਹ ਉਸ ਹਵਾਲਾ ਆਧਾਰ ਤੋਂ ਹਵਾਲਾ ਆਧਾਰ ਹੈ। ਸਾਡੇ ਕੋਲ ਇਸ ਕਿਸਮ ਦੇ ਡਾਇਮੈਂਸ਼ਨ 15 ਯੂਨਿਟ ਹੋਣ ਜਾ ਰਹੇ ਹਨ। ਇਸੇ ਤਰ੍ਹਾਂ ਉਸ ਹਵਾਲਾ ਆਧਾਰ ਤੋਂ ਇਹ 30 ਯੂਨਿਟਸ ਤੇ ਹੈ। ਇਸੇ ਤਰ੍ਹਾਂ ਇਸ ਹਵਾਲਾ ਆਧਾਰ ਤੋਂ ਸਾਡੇ ਕੋਲ ਇਹ 35 ਯੂਨਿਟਸ ਹਨ। ਇਸ ਹਵਾਲੇ ਦੇ ਨਾਲ ਕਿਸ ਲੰਬਾਈ ਤੱਕ ਕਿਹੜੀ ਲੰਬਾਈ ਤੱਕ ਦਰਸਾਉਣਾ ਬਹੁਤ ਆਸਾਨ ਹੈ। ਇਸ ਕਿਸਮ ਦੀ ਚੀਜ਼ ਖਾਸ ਕਰਕੇ ਜੇ ਅਸੀਂ ਇਸ ਨੂੰ ਦਿਖਾ ਰਹੇ ਹਾਂ। ਜੇਕਰ ਅਸੀਂ ਇਹ ਦਿਖਾ ਰਹੇ ਹਾਂ, ਇਹ ਇੱਕ, ਇਸ ਨੂੰ ਵੇਖੋ, ਇਹ ਇੱਕ ਦੂਜੇ ਦੇ ਸਮਾਂਤਰ ਹਨ। ਇਸ ਕਿਸਮ ਦੇ ਡਾਇਮੈਂਸ਼ਨ ਨੂੰ ਅਸੀਂ ਸਮਾਂਤਰ ਡਾਇਮੈਂਸ਼ਨਿੰਗ ਕਹਿੰਦੇ ਹਾਂ। ਜਦੋਂ ਇੱਥੇ ਇੱਕ ਆਮ ਵਿਸ਼ੇਸ਼ਤਾ ਤੋਂ ਡਾਇਮੈਂਸ਼ਨ ਦੀਆਂ ਸੰਖਿਆਵਾਂ ਨੂੰ ਇੱਕੋ ਦਿਸ਼ਾ ਵਿੱਚ ਮਾਪਿਆ ਜਾਂਦਾ ਹੈ ਤਾਂ ਆਮ ਵਿਸ਼ੇਸ਼ਤਾ ਇਹ ਹੈ, ਜੋ ਕਿ ਹਿੱਸੇ ਦੀ ਸਤਹ ਹੈ, ਤਾਂ ਉਸੇ ਵਿਸ਼ੇਸ਼ਤਾ ਤੋਂ ਸਾਰੇ ਡਾਇਮੈਂਸ਼ਨ ਨੂੰ ਦਰਸਾਉਣ ਦੀ ਵਿਧੀ ਨੂੰ ਸਮਾਂਤਰ ਡਾਇਮੈਂਸ਼ਨਿੰਗ ਕਿਹਾ ਜਾਂਦਾ ਹੈ। ਨੋਟ ਕਰੋ ਕਿ ਡਾਇਮੈਂਸ਼ਨ ਲਾਈਨ ਇੱਕ ਦੂਜੇ ਦੇ ਸਮਾਂਤਰ ਹਨ ਅਤੇ ਬਰਾਬਰ ਦੀ ਦੂਰੀ ਤੇ ਇਹ ਗੈਪ ਇੱਕ ਅਤੇ ਇੱਕੋ ਜਿਹਾ ਹੋਵੇਗਾ। ਇਸ ਕਿਸਮ ਦੇ ਡਾਇਮੈਂਸ਼ਨ ਨੂੰ ਸਮਾਂਤਰ ਡਾਇਮੈਂਸ਼ਨਿੰਗ ਕਿਹਾ ਜਾਂਦਾ ਹੈ। ਇਹਨਾਂ ਚੀਜ਼ਾਂ ਦੀ ਡਾਇਮੈਂਸ਼ਨਿੰਗ ਕਰਨ ਦਾ ਇੱਕ ਹੋਰ ਤਰੀਕਾ ਹੈ ਜਿਸ ਨੂੰ ਸੰਯੁਕਤ ਡਾਇਮੈਂਸ਼ਨਿੰਗ ਕਿਹਾ ਜਾਂਦਾ ਹੈ। ਆਓ ਇਸ ਵਸਤੂ ਨੂੰ ਚੁਣੀਏ। ਇਹ ਵਸਤੂ ਹੈ। ਇਹ ਵਿਸਤਾਰ ਲਾਈਨਾਂ ਹਨ। ਇਹ ਇੱਕ ਵਿਸਤਾਰ ਲਾਈਨ ਵੀ ਹੈ। ਇਹ ਇੱਕ ਵਿਸਤਾਰ ਲਾਈਨਾਂ ਵੀ ਹਨ। ਆਓ ਹੁਣ ਨੋਟ ਕਰੀਏ ਕਿ ਇਹ ਡਾਇਮੈਂਸ਼ਨ ਲਾਈਨਾਂ ਇਸ ਵਿਸਤਾਰ ਲਾਈਨ ਨੂੰ ਉਸ ਚਾਪ ਲਈ ਦਰਸਾਉਂਦੀਆਂ ਹਨ। ਇਸ ਐਕਸਟੈਂਸ਼ਨ ਲਾਈਨ ਤੋਂ ਇਸ ਤੱਕ, ਇਸ ਐਕਸਟੈਂਸ਼ਨ ਲਾਈਨ ਤੋਂ ਇਸ ਇੱਕ ਤੱਕ। ਇਸ ਲਈ ਇਹ ਸਮਾਂਤਰ ਹਨ। ਇਹ ਇੱਕ ਕਿਸਮ ਦੀ ਨਿਰੰਤਰ ਚੇਨ ਡਾਇਮੈਂਸ਼ਨਿੰਗ ਹਨ। ਜੇਕਰ ਤੁਸੀਂ ਇੱਕ ਦੂਜੇ ਦੇ ਅੱਗੇ ਵੀ 15 ਇਹ ਵੀ ਨਹੀਂ ਹੋ ਅਤੇ ਇੱਕ ਨਿਰੰਤਰ ਚੇਨ ਡਾਇਮੈਂਸ਼ਨਿੰਗ ਹੋ। ਆਓ ਅਸੀਂ ਹੋਰਾਂ ਨੂੰ ਵੇਖੀਏ। ਇਹ ਇਸ ਨੂੰ ਅਤੇ ਇਹ ਇਸ ਨੂੰ। ਜਦੋਂ ਅਸੀਂ ਇਸ 8 ਮਿਲੀਮੀਟਰ ਨੂੰ ਦੇਖ ਰਹੇ ਹਾਂ ਅਤੇ ਇਹ 8 ਮਿਲੀਮੀਟਰ ਇਸ ਦੇ ਸਮਾਂਤਰ ਉਸ ਦੇ ਸਮਾਂਤਰ ਹਨ। ਸਾਡੇ ਕੋਲ ਇਸ 8 ਪਾਰਟ ਦੇ ਸਮਾਂਤਰ ਡਾਇਮੈਂਸ਼ਨਿੰਗ ਲਈ ਦੋਵੇਂ ਸਮਾਂਤਰ ਹਨ ਅਤੇ ਇਸ 20 ਚੇਨ ਕਿਸਮ ਦੇ ਪਾਰਟ ਲਈ ਦੋਵੇਂ ਇੱਕੋ ਡਰਾਇੰਗ ਵਿੱਚ ਸ਼ਾਮਲ ਹਨ। ਅਜਿਹੀਆਂ ਚੀਜ਼ਾਂ ਨੂੰ ਸੰਯੁਕਤ ਡਾਇਮੈਂਸ਼ਨਿੰਗ ਕਿਹਾ ਜਾਂਦਾ ਹੈ। ਕਦੇ-ਕਦਾਈਂ ਚੇਨ ਅਤੇ ਸਮਾਂਤਰ ਡਾਇਮੈਂਸ਼ਨ ਨੂੰ ਇਕੱਠਾ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਉਦੇਸ਼ ਲਈ ਅਸੀਂ ਇਸ ਨੂੰ ਵਰਤਦੇ ਹਾਂ। ਕਈ ਵਾਰ ਸਾਨੂੰ ਕੋਆਰਡੀਨੇਟਸ ਦੁਆਰਾ ਵੀ ਡਾਇਮੈਂਸ਼ਨਿੰਗ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ। ਜਦੋਂ ਪਾਰਟ ਦੇ ਕਈ ਡਾਇਮੈਂਸ਼ਨ ਹੋਣਗੇ ਤਾਂ ਪੜ੍ਹਨਾ ਆਸਾਨ ਹੁੰਦਾ ਹੈ। ਆਓ ਅਸੀਂ ਇੱਕ ਪਲੇਟ ਲਈ ਕੋਆਰਡੀਨੇਟਸ ਦੀ ਵਰਤੋਂ ਕਰਨ ਦੀ ਇੱਕ ਉਦਾਹਰਣ ਤੇ ਵਿਚਾਰ ਕਰੀਏ ਜਿਸ ਵਿੱਚ ਬਹੁਤ ਸਾਰੇ ਛੇਕ ਹਨ। ਆਓ ਉਸ ਪਲੇਟ ਨੂੰ ਵੇਖੀਏ। ਇਹ ਉਹ ਪਲੇਟ ਹੈ ਜਿਸ ਵਿੱਚ ਵੱਖ-ਵੱਖ ਆਕਾਰਾਂ ਦੇ ਕਈ ਛੇਕ ਹਨ। ਹੁਣ ਜੇ ਕੋਈ ਡਾਇਮੈਂਸ਼ਨ ਦਿਖਾਉਣਾ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਇਹ ਥੋੜਾ ਬੇਢੰਗਾ ਹੋ ਜਾਂਦਾ ਹੈ। ਇਹ ਬਹੁਤ ਬੇਢੰਗਾ
ਹੋ ਜਾਂਦਾ ਹੈ ਜੇ ਅਸਲ ਵਿੱਚ ਉਸ ਵਸਤੂ ਦੇ ਆਲੇ-ਦੁਆਲੇ ਇਹਨਾਂ ਸਾਰੇ ਡਾਇਮੈਂਸ਼ਨ ਨੂੰ ਦਿਖਾਉਣਾ ਇੱਕ ਚੰਗਾ ਵਿਚਾਰ ਨਹੀਂ ਹੈ। ਇਸ ਦੀ ਬਜਾਏ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਾਰਣੀਬੱਧ ਕਰਨਾ ਇੱਕ ਆਮ ਅਭਿਆਸ ਹੈ। ਜਦੋਂ ਵੀ ਛੇਕ ਹੁੰਦਾ ਹੈ, ਤਾਂ ਇਸ ਛੇਕ ਨੂੰ ਨਾਮ ਦਿੰਦੇ ਹੋਏ ਸਾਡੇ ਕੋਲ ਹਮੇਸ਼ਾ ਇਹ ਅਜੀਬ ਕਿਸਮ ਦੀਆਂ ਲਾਈਨਾਂ ਹੁੰਦੀਆਂ ਹਨ। ਤੁਸੀਂ ਇਸ ਡੈਸ਼ 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 ਨੂੰ ਵੇਖਦੇ ਹੋ ਜੋ ਕਿ ਇੱਕ ਛੇਕ ਨੂੰ ਦਰਸਾਉਂਦਾ ਹੈ ਆਇਤਾਕਾਰ ਪਲੇਟ ਦੁਆਰਾ ਇੱਕ ਛੇਕ ਨੂੰ ਡਰਿਲ ਕਰਨ ਵਰਗਾ ਹੈ। ਇੱਥੇ ਸਾਡੇ ਕੋਲ 1 2 3 4 ਸ਼ਾਇਦ 5 6 ਅਤੇ ਇਸ ਤਰ੍ਹਾਂ 11 ਦੇ ਵੱਖ-ਵੱਖ ਛੇਕ ਹਨ। ਇਸ ਬਕਸੇ ਲਈ ਇੱਥੇ ਕੁੱਲ 11 ਛੇਕ ਹਨ। ਜਦੋਂ ਅਸੀਂ ਇਸ ਆਇਤਾਕਾਰ ਪਲੇਟ ਨੂੰ ਦਰਸਾਉਣ ਵਿੱਚ ਦਿਲਚਸਪੀ ਨਹੀਂ ਰੱਖਦੇ ਪਰ ਛੇਕ ਅਤੇ ਉਹਨਾਂ ਦਾ ਸਥਾਨ ਆਮ ਤੌਰ ਤੇ ਅਸੀਂ ਇਸ ਕਿਸਮ ਦੀ ਟੈਗਿੰਗ ਨਾਲ ਜਾਂਦੇ ਹਾਂ। ਤੁਸੀਂ ਸਿਰਫ ਨਾਮ ਨੂੰ 1 2 3 ਕਿਸਮ ਦੇ ਨਾਮ ਦਿਓ, ਜਿਸ ਨੂੰ ਅਸੀਂ ਕਹਿੰਦੇ ਹਾਂ। ਅਤੇ ਇਸ ਦਾ x ਕੋਆਰਡੀਨੇਟਸ ਇਸ ਦਾ y ਕੋਆਰਡੀਨੇਟਸ ਹੈ। ਇਸ ਲਈ ਇੱਕ y ਲਈ x ਇਹ 15 ਯੂਨਿਟਾਂ ਤੇ ਹੈ ਅਤੇ ਇਹ 25 ਯੂਨਿਟਾਂ ਤੇ ਹੈ। ਸ਼ਾਇਦ ਇੱਥੇ x ਦਿਸ਼ਾ ਵਿੱਚ ਅਸੀਂ x ਦਿਸ਼ਾ ਜਾਣਦੇ ਹਾਂ। ਇਹ x ਦਿਸ਼ਾ 15 ਯੂਨਿਟਾਂ ਵਿੱਚ y ਦਿਸ਼ਾ ਹੈ। ਜੇਕਰ ਅਸੀਂ ਦੇਖ ਰਹੇ ਹਾਂ ਕਿ ਇਹ 15 ਯੂਨਿਟ ਹੈ, ਅਤੇ ਜੇਕਰ ਅਸੀਂ ਦੇਖ ਰਹੇ ਹਾਂ ਕਿ ਇਹ 25 ਯੂਨਿਟ ਹੈ, ਇਸ ਤਰ੍ਹਾਂ ਅਸੀਂ ਇਸ 15 ਅਤੇ 25 ਨੂੰ ਸਮਝਦੇ ਹਾਂ। ਉਸ ਛੇਕ ਦਾ ਸੈਂਟਰ ਉਸ ਤੇ 15 ਅਤੇ 25 ਯੂਨਿਟਾਂ ਤੇ ਹੈ। ਅਤੇ ਆਕਾਰ ਮੂਲ ਰੂਪ ਵਿੱਚ ਵਿਆਸ ਨੂੰ ਅਸੀਂ ਆਮ ਤੌਰ ਤੇ ਇਸ ਤਰ੍ਹਾਂ ਦਰਸਾਉਂਦੇ ਹਾਂ, ਇਹ ਪੂਰਾ। ਜੇਕਰ ਅਸੀਂ ਇਸ ਨੂੰ ਲੀਡਰ ਲਾਈਨ 5-10 ਯੂਨਿਟਾਂ ਦੁਆਰਾ ਦਿਖਾਉਣ ਜਾ ਰਹੇ ਹਾਂ। ਇਸੇ ਤਰ੍ਹਾਂ ਹੋਰ ਛੇਕਾਂ ਲਈ ਜਿਵੇਂ ਕਿ 2 1 ਹੈ। ਦੁਬਾਰਾ 15 ਯੂਨਿਟਾਂ 1 ਕਾਰਨ ਹੈ ਕਿ ਸਾਡੇ ਕੋਲ ਇਹ x ਡਾਇਮੈਂਸ਼ਨ 15 ਹੈ ਅਤੇ ਇਹ y ਦਿਸ਼ਾ ਵਿੱਚ ਇੱਕ ਲੰਬੀ ਦੂਰੀ ਤੇ ਹੈ। ਇਸ ਲਈ ਦੂਜੇ ਛੇਕ ਲਈ ਇਹ 65 ਹੈ ਅਤੇ ਇਸ ਦੇ ਲਈ ਡਾਇਆਮੀਟਰ 10 ਹੈ। ਆਓ ਅਸੀਂ ਵੱਡੇ 8 ਨੂੰ ਵੇਖੀਏ। ਆਓ ਇਸ ਛੇਕ ਦੀ ਦਿਸ਼ਾ ਨੂੰ ਵੇਖੀਏ ਅਤੇ ਸਮਝਾਏ ਕਿ ਇਹ ਪਾਰਟ 8 ਹੈ। ਇਹ ਡੈਸ਼ ਡਾਟ ਲਾਈਨਾਂ ਵਾਲਾ ਛੇਕ ਹੈ। ਇਹ x ਦਿਸ਼ਾ ਵਿੱਚ 60 ਯੂਨਿਟਾਂ ਦੇ ਯੂਨਿਟ ਤੇ ਹੈ 50 ਯੂਨਿਟਾਂ। ਵਰਟੀਕਲ ਦਿਸ਼ਾ ਵਿੱਚ 50 ਮੈਨੂੰ ਮਾਫ਼ ਕਰਨਾ। ਇਹ 50 ਯੂਨਿਟ ਹੈ। ਅਤੇ ਇਸ ਦਾ ਵਿਆਸ 15 ਯੂਨਿਟ ਹੈ। ਜੇਕਰ ਅਸੀਂ ਵਿਆਸ ਦੁਆਰਾ ਦਿਖਾ ਰਹੇ ਹਾਂ। ਇਸੇ ਤਰ੍ਹਾਂ ਆਓ ਇੱਥੇ 11ਵਾਂ ਪਾਰਟ ਚੁਣੀਏ। ਖਿਤਿਜੀ ਦਿਸ਼ਾ ਵਿੱਚ ਇਹ 90 ਯੂਨਿਟਾਂ ਤੇ ਹੈ ਅਤੇ ਇਹ 20 ਯੂਨਿਟਾਂ ਤੇ ਹੈ। ਇਹਨਾਂ ਸਾਰੇ ਡਾਇਮੈਂਸ਼ਨ ਨੂੰ ਦਿਖਾਉਣ ਦੀ ਬਜਾਏ ਜੋ ਥੋੜਾ ਬੇੜਗੇ ਹੋ ਜਾਂਦੇ ਹਨ, ਅਸੀਂ ਇੱਕ ਟੈਗ ਟੇਬਲ ਨਾਲ ਜਾਂਦੇ ਹਾਂ। ਇਸ ਕਿਸਮ ਦੀ ਚੀਜ਼ ਨੂੰ ਕੋਆਰਡੀਨੇਟਸ ਦੁਆਰਾ ਡਾਇਮੈਂਸ਼ਨਿੰਗ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਵੀ ਸਰਕੂਲਰ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਡਾਇਆਮੀਟਰ ਦਿਖਾਉਣ ਦੇ ਵੱਖੋ-ਵੱਖਰੇ ਤਰੀਕੇ ਹੁੰਦੇ ਹਨ। ਆਓ ਸਭ ਤੋਂ ਪਹਿਲਾਂ ਇੱਕ ਉਦਾਹਰਣ ਚੁਣੀਏ। ਜੇਕਰ ਇਹ ਇੱਕ ਸਰਕਲ ਹੈ ਤਾਂ ਇਸ ਨੂੰ ਰੇਡੀਅਸ ਦੀ ਬਜਾਏ ਡਾਇਆਮੀਟਰ ਦੇ ਕੇ ਡਾਇਮੈਂਸ਼ਨ ਹੋਣਾ ਚਾਹੀਦਾ ਹੈ। ਸਿਰਫ ਜਾਪਾਨ ਲਈ ਅਸੀਂ ਕਿਸੇ ਵੀ ਕਿਸਮ ਦੇ ਸਰਕਲ ਲਈ ਰੇਡੀਅਸ ਦੀ ਵਰਤੋਂ ਕਰਦੇ ਹਾਂ ਜੋ ਸਾਨੂੰ ਡਾਇਆਮੀਟਰ ਡਾਇਮੈਂਸ਼ਨਿੰਗ ਨਾਲ ਜਾਣਾ ਪੈਂਦਾ ਹੈ। ਆਓ ਇਸ ਸਰਕਲ ਨੂੰ ਚੁਣੀਏ। ਕਿਉਂਕਿ ਇਹ ਅੰਤਰ ਬਹੁਤ ਵੱਡਾ ਹੈ, ਕੋਈ ਇਸ ਨੂੰ ਫਾਈ 30 ਦੇ ਨਾਲ ਲੀਡਰ ਲਾਈਨ ਦੇ ਐਰੋ ਦੇ ਰੂਪ ਵਿੱਚ ਦਿਖਾ ਸਕਦਾ ਹੈ। ਆਮ ਤੌਰ ਤੇ ਇਹ ਲੀਡਰ ਲਾਈਨਾਂ ਅਸੀਂ ਇਸ ਨੂੰ ਖਿਤਿਜੀ ਰੱਖਦੇ ਹਾਂ। ਇਹ ਤਰੀਕਾ ਹੈ। ਅਤੇ ਇਸ ਦੇ ਅੱਗੇ ਅਸੀਂ ਫਾਈ ਚਿੰਨ੍ਹ ਡਾਇਆਮੀਟਰ ਨੂੰ ਦਰਸਾਉਂਦੇ ਹਾਂ ਅਤੇ ਡਾਇਮੈਂਸ਼ਨਿੰਗ ਚੀਜ਼ਾਂ ਨੂੰ ਦਿਖਾਉਣ ਦਾ ਇੱਕ ਤਰੀਕਾ ਹੈ।
ਆਓ ਅਸੀਂ ਹੋਰ ਡਾਇਮੈਂਸ਼ਨਿੰਗ ਨੂੰ ਵੇਖੀਏ। ਉਦਾਹਰਨ ਲਈ, ਇਹ ਇਸ ਸਰਕਲ ਲਈ ਇੱਕ ਹੋਰ ਸਰਕਲ ਹੈ। ਇਹ ਵਿਸਤਾਰ ਲਾਈਨਾਂ ਹਨ ਜੋ ਇਸ ਨੂੰ ਫਾਈ 30 ਯੂਨਿਟਾਂ ਦੇ ਰੂਪ ਵਿੱਚ ਵੀ ਦਿਖਾ ਸਕਦਾ ਹੈ। ਇਹ ਇੱਕ ਹੋਰ ਤਰੀਕਾ ਹੈ। ਜੇਕਰ ਸਾਡੇ ਕੋਲ ਛੇਕ ਅਤੇ ਹੋਰ ਚੀਜ਼ਾਂ ਹਨ ਜੋ ਅਸੀਂ ਆਮ ਤੌਰ ਤੇ ਇਸ ਡੈਸ਼ ਡਾਟ ਦੇ ਨਾਲ ਜਾਂਦੇ ਹਾਂ, ਉਸ ਕਿਸਮ ਦੀਆਂ ਚੀਜ਼ਾਂ ਜਾਂ ਛੇਕ ਵਾਲਾ ਇੱਕ ਸਰਕਲ ਵੀ ਇਸ ਡੈਸ਼ ਡਾਟ ਲਾਈਨਾਂ ਨੂੰ ਦਿਖਾਉਣ ਲਈ ਇੱਕ ਹਿੱਸਾ ਹੋਵੇਗਾ। ਇਸ ਡਾਇਮੈਂਸ਼ਨ ਲਾਈਨ ਨੂੰ ਡਬਲ ਤੀਰ ਚੀਜ਼ ਦਿਖਾਉਣ ਦੀ ਬਜਾਏ, ਇਸ ਡਾਇਮੈਂਸ਼ਨ ਨੂੰ ਦਿਖਾਉਣ ਦਾ ਇੱਕ ਹੋਰ ਤਰੀਕਾ ਹੈ। ਕੋਈ ਵੀ ਇਸ ਨੂੰ ਇੱਕ ਸਿੰਗਲ ਤੀਰ ਦੁਆਰਾ ਫਾਈ 7.5 ਨਾਲ ਇੱਕ ਲੀਡਰ ਲਾਈਨ ਦਿਖਾ ਸਕਦਾ ਹੈ। ਇਹ ਤਰੀਕਾ ਇਹ ਵੀ ਦਰਸਾਉਂਦਾ ਹੈ ਕਿ ਇੱਕ ਸਰਕਲ ਹੈ ਅਤੇ ਡਾਇਆਮੀਟਰ 7.5 ਯੂਨਿਟ ਹੈ। ਇੱਥੇ ਕਈ ਤਰ੍ਹਾਂ ਦੀਆਂ ਸਰਕੂਲਰ ਵਿਸ਼ੇਸ਼ਤਾਵਾਂ ਹਨ ਜੋ ਅਸੀਂ ਆਮ ਤੌਰ ਤੇ ਇਸ ਨੂੰ ਦੇਖਦੇ ਹਾਂ ਜੇ ਇਹ ਇੱਕ ਸਰਕਲ ਪਲੈਨਰ ਚੀਜ਼ ਵਰਗਾ ਕੁਝ ਹੈ। ਅਸੀਂ ਡਾਇਆਮੀਟਰ ਫਾਈ ਦੁਆਰਾ ਪ੍ਰਸਤੁਤ ਕਰਦੇ ਹਾਂ। ਕਈ ਵਾਰ ਅਸੀਂ ਹੰਪ ਕਿਸਮ ਦੇ ਸ਼ੇਪ ਦੇ ਕਰਵ, ਸਰਕੂਲਰ ਰੇਡੀਅਸ ਕਰਵ ਵੇਖਦੇ ਹਾਂ। ਜਿਸ ਕਿਸਮ ਦੀ ਚੀਜ਼ ਨੂੰ ਅਸੀਂ ਸਿਰਫ ਪ੍ਰਸਤੁਤ ਕਰਦੇ ਹਾਂ ਕਿਉਂਕਿ ਇੱਕ ਸਰਕਲ ਇੱਕ ਨਹੀਂ ਹੁੰਦਾ ਹੈ, ਸਿਰਫ ਹੰਪ ਹੈ ਅਤੇ ਇਸ ਦਾ ਇੱਕ ਰੇਡੀਅਸ ਹੁੰਦਾ ਹੈ। ਸ਼ਾਇਦ ਇਹ ਸੈਂਟਰ ਹੈ, ਉੱਥੋਂ ਇਹ r5 ਯੂਨਿਟ ਹੋ ਸਕਦਾ ਹੈ। ਇਸ ਲਈ ਵਸਤੂ ਦੇ ਅੰਦਰ ਡਾਇਮੈਂਸ਼ਨ ਦੇ ਅੰਦਰ ਦਿਖਾਉਣ ਦੀ ਬਜਾਏ, ਅਸੀਂ ਇਸ ਨੂੰ ਆਮ ਤੌਰ ਤੇ ਇਸ ਤਰੀਕੇ ਨਾਲ ਦਿਖਾਉਂਦੇ ਹਾਂ। ਇਸ ਕਿਸਮ ਦੇ ਕਰਵ ਚਾਪਾਨ ਲਈ ਇਹ ਜ਼ਰੂਰੀ ਹੈ ਕਿ ਉਸ ਸੈਂਟਰ ਤੋਂ ਵੀ ਉਸ ਸੈਂਟਰ ਨੂੰ ਦਰਸਾਇਆ ਜਾਵੇ। ਜੇਕਰ ਸਾਨੂੰ ਰੇਡੀਅਸ ਵਿੱਚ ਮਾਪਿਆ ਜਾਂਦਾ ਹੈ ਤਾਂ ਅਸੀਂ ਆਮ ਤੌਰ ਤੇ ਉਸ ਨਾਲ ਜਾਂਦੇ ਹਾਂ। ਜੇਕਰ ਇਹ ਸਿਲੰਡਰੀਕਲ ਵਸਤੂ ਵਰਗੀ ਕੋਈ ਚੀਜ਼ ਹੈ ਅਤੇ ਅਸੀਂ ਵਸਤੂ ਦੇ ਅੰਦਰ ਦਿਖਾਉਣ ਦੀ ਬਜਾਏ ਦਿਖਾਉਣਾ ਚਾਹੁੰਦੇ ਹਾਂ ਤਾਂ ਇਹ ਗਲਤ ਅਭਿਆਸ ਹੈ। ਇਸ ਲਈ ਅਸੀਂ ਕੀ ਕਰਦੇ ਹਾਂ ਕਿ ਅਸੀਂ ਉਸ ਵਸਤੂ ਤੋਂ ਅੱਗੇ ਵਧਦੇ ਹਾਂ ਜਿੱਥੇ ਆਇਤਾਕਾਰ ਡਾਇਮੈਂਸ਼ਨ ਦਿਖਾਈ ਦਿੰਦੇ ਹਨ ਜਾਂ ਦੇਖਦੇ ਹਨ। ਕਿਉਂਕਿ ਇੱਕ ਸਿਲੰਡਰ, ਜੇਕਰ ਅਸੀਂ ਇਸ ਸਾਈਡ ਵਰਗੇ ਦ੍ਰਿਸ਼ਾਂ ਚੋਂ ਇੱਕ ਤੋਂ ਦੇਖ ਰਹੇ ਹਾਂ ਤਾਂ ਇਹ ਵਿਵਹਾਰ ਕਰਦਾ ਹੈ ਜਾਂ ਇਹ ਇੱਕ ਆਇਤ ਵਰਗਾ ਦਿਖਾਈ ਦਿੰਦਾ ਹੈ। ਇਹ ਵਿਚਾਰ ਅਸੀਂ ਬਾਅਦ ਦੇ ਲੈਕਚਰਾਂ ਵਿੱਚ ਸਿੱਖਾਂਗੇ। ਡਾਇਮੈਂਸ਼ਨ ਲਈ ਸਾਨੂੰ ਇਹ ਦਿਖਾਉਣਾ ਪਵੇਗਾ ਕਿ ਫਾਈ 6 ਹੈ। ਡਾਇਮੈਂਸ਼ਨ ਦਾ ਮਿਲੀਮੀਟਰ। ਇੱਕ ਸਰਕਲ ਲਾਜ਼ਮੀ ਤੌਰ ਤੇ ਰੇਡੀਅਸ ਦੀ ਬਜਾਏ ਇਸ ਦਾ ਡਾਇਆਮੀਟਰ ਦੇ ਡਾਇਮੈਂਸ਼ਨ ਹੋਣਾ ਚਾਹੀਦਾ ਹੈ। ਇੱਥੇ ਬਹੁਤ ਸਾਰੇ ਛੇਕ ਹਨ, ਉਹ ਸਰਕਲ ਵਿੱਚ ਇਕਸਾਰ ਹਨ। ਆਓ ਦੇਖੀਏ ਕਿ ਇੱਥੇ ਇੱਕ ਸਰਕਲ ਹੈ, ਇੱਕ ਹੋਰ ਸਰਕਲ ਹੈ, ਇੱਕ ਹੋਰ ਸਰਕਲ ਹੈ ਅਤੇ ਇਸ ਤਰ੍ਹਾਂ ਅੱਗੇ। ਉੱਥੇ ਸਰਕਲ ਦੀ ਗਿਣਤੀ n ਹੈ। ਉਸ ਕੇਸ ਵਿੱਚ ਅਸੀਂ ਅਸਲ ਵਿੱਚ ਜ਼ਿਕਰ ਕਰਦੇ ਹਾਂ ਕਿ ਕਿੰਨੇ ਸਰਕਲ ਮੌਜੂਦ ਹਨ ਅਤੇ ਕਿਹੜੇ ਮੁੱਖ ਸਰਕਲ ਦੇ ਨਾਲ ਉਹ ਕਿੱਥੇ ਰੱਖੇ ਗਏ ਹਨ। ਇਸ ਲਈ ਆਮ ਤੌਰ ਤੇ ਅਸੀਂ ਲੀਡਰ ਲਾਈਨ ਦੁਆਰਾ ਮੁੱਖ ਸਰਕਲ ਦੇ ਡਾਇਆਮੀਟਰ ਨੂੰ ਦਰਸਾਉਂਦੇ ਹਾਂ ਅਤੇ ਇਹਨਾਂ ਸਰਕਲ ਦੇ ਵਿਚਕਾਰ ਸੈਂਟਰ ਤੋਂ ਸੈਂਟਰ ਦੀ ਦੂਰੀ ਨੂੰ ਵੀ ਦਰਸਾਉਂਦੇ ਹਾਂ ਕਿਉਂਕਿ ਉਹ ਇਕਸਾਰ ਵਿੱਥ ਤੇ ਹਨ। ਇਸ ਕੇਸ ਵਿੱਚ ਅਸੀਂ ਸਿਰਫ ਛੇਕ ਦੀ ਸੰਖਿਆ ਨੂੰ ਦਰਸਾਉਂਦੇ ਹਾਂ, ਨਹੀਂ ਤਾਂ ਕੋਈ ਅਸਲ ਵਿੱਚ ਉਸ ਸਰਕਲ ਦੁਆਰਾ ਬਣਾਏ ਗਏ ਐਂਗਲ ਨੂੰ, ਉਸ ਸਰਕਲ ਦੇ ਰੇਡੀਅਸ ਨੂੰ ਦੂਜੇ ਪੈਰੀਫਿਰਲ ਸਰਕਲ ਨਾਲ ਜੋੜਨ ਵਾਲੇ ਸੈਂਟਰ ਨੂੰ ਦਿਖਾ ਸਕਦਾ ਹੈ। ਉਹ ਐਂਗਲ ਕੀ ਹੈ ਜਿਸ ਦਾ ਅਸੀਂ ਆਮ ਤੌਰ ਤੇ ਜ਼ਿਕਰ ਕਰਦੇ ਹਾਂ? ਉਦਾਹਰਨ ਲਈ ਆਓ ਇਸ ਡਰਾਇੰਗ ਨੂੰ ਵੇਖੀਏ। ਇੱਥੇ ਸਰਕਲ ਹਨ। ਮੁੱਖ ਉਦੇਸ਼ ਇਹ ਹੈ ਜਿਸ ਤੇ ਇਹ ਸਰਕੂਲਰ ਛੇਕ ਬਣਾਏ ਗਏ ਹਨ। ਜਦੋਂ ਵੀ ਇਹ ਛੇਕ ਇੱਥੇ ਹੁੰਦੇ ਹਨ ਤਾਂ ਸਾਡੇ ਲਈ ਇਸ ਨੂੰ ਡੈਸ਼ ਡਾਟ ਕਿਸਮ ਦੀਆਂ ਲਾਈਨਾਂ ਦੁਆਰਾ ਦਿਖਾਉਣਾ ਇਹ ਆਮ ਅਭਿਆਸ ਹੈ ਅਤੇ ਉਹ ਇਸ ਸਰਕਲ ਦੇ ਦੁਆਲੇ ਰੱਖੇ ਗਏ ਹਨ। ਇਸ ਲਈ ਦੁਬਾਰਾ ਡੈਸ਼ ਡਾਟ ਕਿਸਮ ਦੀ ਕਰਵ ਅਸੀਂ ਦਿਖਾਈ ਹੈ ਕਿ ਇਹ ਛੋਟੇ ਹੋਲ 1, 2, 3 ਦੇ ਆਲੇ ਦੁਆਲੇ ਰੱਖੇ ਗਏ ਹਨ। ਇਸ ਲਈ ਕੁਦਰਤੀ ਤੌਰ ਤੇ ਅਸੀਂ ਇਹ ਦਿਖਾਉਣ ਜਾ ਰਹੇ ਹਾਂ ਕਿ ਇਹ ਡਾਇਮੈਂਸ਼ਨ ਲਗਭਗ 60 ਯੂਨਿਟਸ ਹੈ ਅਤੇ ਖਿਤਿਜੀ ਵਾਲਾ ਇਹ ਸਰਕਲ 18 ਡਿਗਰੀ ਤੇ ਰੱਖਿਆ ਗਿਆ ਹੈ। ਸ਼ਾਇਦ ਇਹ ਸਰਕਲ ਰੇਡੀਅਲ ਲੋਕੇਸ਼ਨ ਜੋ ਕਿ 30 ਡਿਗਰੀ ਤੇ ਰੱਖਿਆ ਗਿਆ ਹੈ। ਸ਼ਾਇਦ ਇਸ ਰੇਡੀਅਲ ਨੂੰ 15 ਡਿਗਰੀ ਤੇ ਰੱਖਿਆ ਗਿਆ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਅਸੀਂ ਆਮ ਤੌਰ ਤੇ ਦਿਖਾਉਂਦੇ ਹਾਂ ਅਤੇ ਇੱਕ ਹੋਰ ਚੀਜ਼ ਨੂੰ ਨੋਟਿਸ ਵਿੱਚ ਰੱਖਣਾ ਪੈਂਦਾ ਹੈ 3 ਛੇਕ 1, 2, 3 ਛੇਕ। ਅਸੀਂ ਉਸ ਹੋਲ ਦੇ ਡਾਇਆਮੀਟਰ ਬਾਰੇ ਕੁਝ ਦਿਖਾ ਰਹੇ ਹਾਂ। ਸ਼ਾਇਦ ਇਹ ਉਹ ਹੈ 10 ਯੂਨਿਟਸ ਹਨ। ਬਾਕੀ ਬਚੀਆਂ ਚੀਜ਼ਾਂ ਅਸੀਂ ਉਦੋਂ ਸਿੱਖਾਂਗੇ ਜਦੋਂ ਅਸੀਂ ਦੂਜੇ ਡਾਇਮੈਂਸ਼ਨ ਬਾਰੇ ਸਿੱਖਣ ਜਾ ਰਹੇ ਹਾਂ।
ਇਸੇ ਤਰ੍ਹਾਂ ਜਦੋਂ ਵੀ ਇਹ ਚਾਪ ਲਈ ਇਹ ਚਾਪ ਹੁੰਦੇ ਹਨ, ਅਸੀਂ ਆਮ ਤੌਰ ਤੇ ਇਸ ਨੂੰ ਰੇਡੀਅਸ ਅਤੇ ਸੈਂਟਰ ਦੁਆਰਾ ਦਰਸਾਉਂਦੇ ਹਾਂ। ਇਸੇ ਤਰ੍ਹਾਂ ਇਸ ਸਰਕਲ ਦਾ ਸੈਂਟਰ ਹੈ। ਉਦਾਹਰਨ ਲਈ ਇਹ ਇਸ ਸੈਂਟਰ ਤੋਂ ਇੱਕ ਹੋਰ ਚਾਪ ਹੈ ਜੇਕਰ ਇੱਕ ਮਾਪ ਹੈ ਕਿ ਇਹ 10 ਯੂਨਿਟਾਂ ਦਾ ਹੈ ਅਤੇ ਚਿੰਨ੍ਹ R ਹੈ ਕਿਉਂਕਿ ਅਸੀਂ ਵਸਤੂ ਦੇ ਅੰਦਰ ਨਹੀਂ ਵਰਤਦੇ ਹਾਂ। ਅਸੀਂ ਆਮ ਤੌਰ ਤੇ ਉਸ ਰੇਡੀਅਸ ਨੂੰ ਬਾਹਰੋਂ 10 ਯੂਨਿਟਾਂ ਵਾਲੀ ਲੀਡਰ ਲਾਈਨ ਰਾਹੀਂ ਦਿਖਾਉਂਦੇ ਹਾਂ ਅਤੇ ਉਸ ਚਾਪ ਦਾ ਸੈਂਟਰ ਇਹ 10 ਪਲੱਸ ਸਾਈਨ ਹੁੰਦਾ ਹੈ। ਇਸੇ ਤਰ੍ਹਾਂ ਇੱਥੇ ਇੱਕ ਐਕਸਟੀਰੀਅਰ ਕਿਸਮ ਦੇ ਕਰਵ ਹਨ ਜੋ ਕਿ ਚਾਪ ਦਾ ਸੈਂਟਰ ਨਹੀਂ ਹੈ, ਕਿਤੇ ਆਬਜੈਕਟ ਦੇ ਅੰਦਰ ਕਿਤੇ ਬਾਹਰ ਨਹੀਂ ਹੈ। ਅਸੀਂ 46 ਯੂਨਿਟ ਦਿਖਾਉਂਦੇ ਹਾਂ। ਇਹ ਰੇਡੀਅਸ ਇਸ ਸੈਂਟਰ ਤੋਂ ਬਣਿਆ ਹੈ। ਇਸੇ ਤਰ੍ਹਾਂ ਇੱਥੇ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਇਹ ਇੱਕ ਐਕਸਟੀਰੀਅਰ ਵਸਤੂ ਹੈ, ਉੱਥੇ ਇਹ ਹਵਾਲਾ ਡਾਇਮੈਂਸ਼ਨ ਹੋਣਾ ਚਾਹੀਦਾ ਹੈ। ਕੁਝ ਇਸ ਤਰ੍ਹਾਂ ਹੈ ਕਿ ਵਸਤੂ ਤੋਂ 95 ਯੂਨਿਟ ਹਨ। ਇਸ ਸੈਂਟਰ ਤੋਂ ਇਸ ਤੱਕ 95 ਯੂਨਿਟ ਹਨ। ਇਸੇ ਤਰ੍ਹਾਂ ਇਸ ਸੈਂਟਰ ਦਾ ਹਵਾਲਾ ਇਹ ਇਸ ਤੋਂ 80 ਮਿਲੀਮੀਟਰ ਤੇ ਹੈ। ਇਹ ਉਹ ਤਰੀਕਾ ਹੈ ਜੋ ਅਸੀਂ ਇਸ ਨੂੰ ਦਿਖਾਉਂਦੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਵਸਤੂਆਂ ਦੀ ਡਾਇਮੈਂਸ਼ਨਿੰਗ ਲਈ ਇਹਨਾਂ ਵਿਸ਼ੇਸ਼ ਡਾਇਮੈਂਸ਼ਨ ਬਾਰੇ ਸਿੱਖਿਆ ਹੈ। ਅਗਲੀ ਕਲਾਸ ਵਿੱਚ ਅਸੀਂ ਟੋਲੇਰੈਂਸ ਬਾਰੇ ਹੋਰ ਸਿੱਖਾਂਗੇ। ਧੰਨਵਾਦ।